ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਅਸੀਂ ਤੁਹਾਡੇ ਨਾਲ ਜੋ ਵੀਡੀਓ ਸਾਂਝਾ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਇਸ ਗੱਲ ਤੇ ਵਿਚਾਰ ਕਰਾਂਗੇ ਕਿ ਜਿਸ ਵੇਲੇ ਅਸੀਂ ਧਿਆਨ ਕਰਨੇ ਆ ਤੇ ਧਿਆਨ ਦੀਆਂ ਕਿਹੜੀਆਂ-ਕਿਹੜੀਆਂ ਅਵਸਥਾ ਨੇ, ਤਾਂ ਕਿ ਸਾਨੂੰ ਪਤਾ ਹੋਏ ਕਿ ਇਹ ਅਵਸਥਾ ਹੈ ਧਿਆਨ ਦੀ ਔਰ ਅਸੀਂ ਧਿਆਨ ਨੂੰ ਛੱਡਣਾ ਨਹੀਂ ਹੈ, ਕਰਦੇ ਰਹਿਣਾ ਹੈ। ਕਿਉਂਕਿ ਕਈ ਵਾਰੀ ਐਸਾ ਹੁੰਦਾ ਸਾਨੂੰ ਸਮਝ ਨਹੀਂ ਆਉਂਦੀ ਤੇ ਅਸੀਂ ਛੱਡ ਦਿੰਨੇ ਆ ਕਿ ਨਹੀਂ, ਧਿਆਨ ਕਰਨਾ ਛੱਡ ਦਿੰਨੇ ਆ, ਪਤਾ ਨਹੀਂ ਕੀ ਹੋ ਰਿਹਾ। ਤੇ ਜਦ ਕਿ ਸਾਨੂੰ ਜ਼ਿਆਦਾ ਧਿਆਨ ਉਸ ਟਾਈਮ ਕਰਨਾ ਚਾਹੀਦਾ। ਉਹ ਧਿਆਨ ਦਾ ਅਨੁਭਵ ਹੁੰਦਾ ਹੈ, ਧਿਆਨ ਦੀ ਅਵਸਥਾ ਹੁੰਦੀ ਹੈ, ਤੇ ਨਾ ਪਤਾ ਹੋਣ ਕਰਕੇ ਅਸੀਂ ਛੱਡ ਦਿੰਨੇ ਆ। ਸੋ ਇਸ ਲਈ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਾਂਗੇ ਉਹ ਹੈ ਕਿ ਧਿਆਨ ਜਿਸ ਵੇਲੇ ਅਸੀਂ ਕਰਨੇ ਆ ਤੇ ਧਿਆਨ ਵਿੱਚ ਹੋਣ ਵਾਲੀਆਂ ਤਿੰਨ ਜਿਹੜੀਆਂ ਬਹੁਤ ਹੀ ਜ਼ਰੂਰੀ ਘਟਨਾਵਾਂ ਨੇ ਉਹ ਕੀ ਨੇ, ਤੇ ਧਿਆਨ ਵਿੱਚ ਹੋਣ ਵਾਲੀਆਂ ਅਵਸਥਾਵਾਂ ਕੀ ਨੇ। ਅਸੀਂ ਇਹਨਾਂ ਦੋਨਾਂ ਤੇ ਵਿਚਾਰ ਕਰਾਂਗੇ। ਅੱਜ ਅਸੀਂ ਗੱਲ ਕਰਾਂਗੇ ਕਿ ਧਿਆਨ ਵਿੱਚ ਆਉਣ ਵਾਲੀਆਂ ਅਵਸਥਾ ਕੀ ਨੇ ਔਰ ਉਹਦੇ ਨਿਯਮ ਕੀ ਨੇ, ਧਿਆਨ ਦੇ ਵਿਗਿਆਨ ਕੀ ਹੈ ਧਿਆਨ ਦਾ। ਤੇ ਪਹਿਲੇ ਅਸੀਂ ਦੇਖਦੇ ਹਾਂ ਕਿ ਧਿਆਨ ਜੋ ਅਸੀਂ ਕਿਸ ਤਰ੍ਹਾਂ ਕਰਨਾ ਹੈ, ਕਰਨ ਦੀ ਵਿਧੀ ਕੀ ਹੈ। ਅਸੀਂ ਹੱਥਾਂ ਨੂੰ ਕ੍ਰਾਸ ਕਰਨਾ ਹੈ, ਪੈਰਾਂ ਨੂੰ ਕ੍ਰਾਸ ਕਰਨਾ ਹੈ, ਆਪਣੀਆਂ ਅੱਖਾਂ ਬੰਦ ਕਰਕੇ ਚਸ਼ਮਾ ਉਤਾਰ ਕੇ ਆਂਦੇ ਜਾਂਦੇ ਸਵਾਸਾਂ ਨਾਲ ਇੱਕੋ ਜਾਣਾ ਹੈ। ਸਭ ਤੋਂ ਪਹਿਲੀ ਜ਼ਰੂਰਤ ਹੈ ਆਸਨ। ਸਾਡਾ ਆਸਨ ਜਿਹੜਾ ਹੈ ਬਹੁਤ ਹੀ ਆਰਾਮਦਾਇਕ ਸੁਖ ਆਸਨ ਹੋਣਾ ਚਾਹੀਦਾ ਹੈ। ਹੱਥਾਂ ਨੂੰ ਕ੍ਰਾਸ ਕਰਨਾ, ਪੈਰਾਂ ਨੂੰ ਕ੍ਰਾਸ ਕਰਨਾ ਔਰ ਅੱਖਾਂ ਬੰਦ ਕਰਨੀਆਂ। ਜਿਸ ਵੇਲੇ ਅਸੀਂ ਆਪਣੇ ਪੈਰਾਂ ਨੂੰ ਕ੍ਰਾਸ ਕਰਨੇ ਆ ਤੇ ਇਹ ਅਸੀਂ ਆਪਣੀ ਬਾਡੀ ਦੀ, ਸਰੀਰ ਦੀ ਊਰਜਾ ਬਾਹਰ ਜਾਣ ਦੇ 3 ਦਰਵਾਜ਼ੇ ਬੰਦ ਕਰ ਲੈਣੇ ਆ। ਪਹਿਲਾ 10% ਜਿਹੜੀ ਸਾਡੀ ਊਰਜਾ ਹੈ, 10% ਉਹ ਪੈਰਾਂ ਤੋਂ ਬਾਹਰ ਜਾਂਦੀ ਹੈ। ਪੈਰਾਂ ਦੀ ਜਿਹੜੀਆਂ ਉਂਗਲੀਆਂ ਨੇ, 10% ਊਰਜਾ ਸਾਡੇ ਹੱਥਾਂ ਦੇ ਜਿਹੜੇ ਪੋਰ ਨੇ ਇਹਨਾਂ ਤੋਂ ਬਾਹਰ ਜਾਂਦੀ ਹੈ ਔਰ 80% ਊਰਜਾ ਸਾਡੀਆਂ ਅੱਖਾਂ ਤੋਂ ਬਾਹਰ ਜਾਂਦੀ ਹੈ। ਤੇ ਅਸੀਂ ਇਹ ਤਿੰਨੋਂ ਦਰਵਾਜ਼ੇ ਬੰਦ ਕਰ ਲਏ ਔਰ ਬੜੇ ਹੀ ਆਰਾਮ ਨਾਲ ਅਸੀਂ ਬੈਠ ਗਏ। ਅਸੀਂ ਅਗਰ ਜ਼ਮੀਨ ਤੇ ਨਹੀਂ ਬੈਠ ਸਕਦੇ ਤੇ ਤੁਸੀਂ ਜਿਸ ਤਰ੍ਹਾਂ ਦੇਖ ਰਹੇ ਹੋ ਕੁਰਸੀ ਤੇ ਬੈਠ ਸਕਦੇ ਆ, ਸੋਫੇ ਤੇ ਬੈਠ ਸਕਦੇ ਆ। ਅਗਰ ਕੋਈ ਬਿਮਾਰ ਹੈ, ਨਹੀਂ ਬੈਠ ਪਾ ਰਿਹਾ, ਲੇਟ ਕੇ ਵੀ ਧਿਆਨ ਕਰ ਸਕਦਾ ਹੈ। ਤੇ ਧਿਆਨ ਕਰਨ ਲਈ ਸਭ ਤੋਂ ਪਹਿਲੇ ਸੁਖ ਆਸਨ ਹੋਣਾ ਚਾਹੀਦਾ ਹੈ। ਔਰ ਫਿਰ ਦੂਜੀ ਜਿਹੜੀ ਅਵਸਥਾ ਹੈ, ਦੂਜੀ ਜਿਹੜੀ ਅੱਗੋਂ ਕਦਮ ਹੈ ਉਹ ਹੈ ਕਿ ਅਸੀਂ ਸਿਰਫ ਆਪਣੇ ਸੁਭਾਵਕ ਆਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰਨਾ ਹੈ। ਸਵਾਸਾਂ ਨੂੰ ਗਿਣਨਾ ਨਹੀਂ ਹੈ, ਤੇਜ਼ ਨਹੀਂ ਕਰਨਾ, ਰੋਕਣਾ ਨਹੀਂ, ਘੱਟ ਨਹੀਂ ਕਰਨਾ, ਵੱਧ ਨਹੀਂ ਕਰਨਾ, ਕੁਝ ਵੀ ਨਹੀਂ ਕਰਨਾ। ਜਿਸ ਤਰ੍ਹਾਂ ਸਾਡੇ ਸਵਾਸ ਹਮੇਸ਼ਾ ਚੱਲ ਹੀ ਰਹੇ ਨੇ, ਬਸ ਉਹਨਾਂ ਸਵਾਸਾਂ ਨੂੰ ਮਹਿਸੂਸ ਕਰਨਾ ਹੈ। ਤੀਜਾ ਜਿਹੜਾ ਕਦਮ ਹੈ ਉਹ ਹੈ ਕਿ ਜਿਸ ਵੇਲੇ ਵਿਚਾਰ ਆਣ, ਵਿਚਾਰਾਂ ਤੋਂ ਮਨ ਨੂੰ ਹਟਾਣਾ ਹੈ। ਵਿਚਾਰਾਂ ਨੂੰ ਅਸੀਂ ਕੋਈ ਧਿਆਨ ਵਿਚਾਰਾਂ ਵੱਲ ਨਹੀਂ ਦੇਣਾ, ਵਿਚਾਰਾਂ ਨੂੰ ਕੋਈ ਪਕੜ ਕੇ ਨਹੀਂ ਰੱਖਣਾ, ਉਹਨਾਂ ਨੂੰ ਆਪਣੀ ਊਰਜਾ ਨਹੀਂ ਦੇਣੀ, ਉਹਨਾਂ ਨਾਲ ਕੋਈ ਲੜਾਈ ਵੀ ਨਹੀਂ ਕਰਨੀ ਕਿ ਹਟ ਜਾਣ ਨਹੀਂ। ਬਸ ਤੁਸੀਂ ਬਾਰ-ਬਾਰ ਆਪਣੇ ਮਨ ਨੂੰ ਸਵਾਸਾਂ ਨਾਲ ਜੋੜਦੇ ਰਹਿਣਾ। ਵਿਚਾਰ ਆਣਗੇ ਚਲੇ ਜਾਣਗੇ। ਜਿਸ ਤਰ੍ਹਾਂ ਅਸੀਂ ਮੰਨ ਲਓ ਸੜਕ ਪਾਰ ਕਰਨੇ ਆ ਤੇ ਟ੍ਰੈਫਿਕ ਚੱਲ ਰਿਹਾ ਹੁੰਦਾ, ਅਸੀਂ ਦੋਨੋਂ ਤਰਫ ਦੇਖਨੇ ਆ ਔਰ ਟ੍ਰੈਫਿਕ ਨਿਕਲ ਜਾਂਦਾ, ਅਸੀਂ ਸੜਕ ਪਾਰ ਕਰ ਲੈਂਦੇ ਆ। ਹੁਣ ਟ੍ਰੈਫਿਕ 'ਚ ਕਿੰਨੀਆਂ ਗੱਡੀਆਂ ਨਿਕਲੀਆਂ, ਉਹਨਾਂ ਦੇ ਨੰਬਰ ਕਿਸੇ, ਅਸੀਂ ਕੁਝ ਉਹਨਾਂ ਚੀਜ਼ਾਂ ਵੱਲ ਧਿਆਨ ਥੋੜੀ ਦਿੰਦੇ ਆ। ਰਸਤਾ ਸਾਫ਼ ਹੋਇਆ ਔਰ ਅਸੀਂ ਅੱਗੇ ਨਿਕਲ ਗਏ। ਬਸ ਐਸੇ ਤਰ੍ਹਾਂ ਹੀ ਅਸੀਂ ਆਪਣੇ ਵਿਚਾਰਾਂ ਨੂੰ ਦੇਖਣਾ ਹੈ ਔਰ ਜਿਸ ਵੇਲੇ ਅਸੀਂ ਇੱਧਰ ਉੱਧਰ ਧਿਆਨ ਨਹੀਂ ਦਿਆਂਗੇ ਵਿਚਾਰਾਂ ਵੱਲ, ਰਸਤਾ ਸਾਫ਼ ਹੋਏਗਾ, ਅਸੀਂ ਅੱਗੇ ਨਿਕਲ ਜਾਵਾਂਗੇ, ਮਨ ਤੋਂ ਪਾਰ ਨਿਕਲ ਜਾਵਾਂਗੇ। ਤੇ ਇਸ ਵਾਸਤੇ ਵਿਚਾਰਾਂ ਨਾਲ ਕੋਈ ਸੰਘਰਸ਼ ਵੀ ਨਹੀਂ ਕਰਨਾ ਕਿ ਹਟ ਜਾਣ, ਪਰੇ ਹਟ ਜਾਣ, ਨਹੀਂ। ਇਸ ਚੀਜ਼ ਦਾ ਧਿਆਨ ਰੱਖਣਾ ਹੈ। ਅਸੀਂ ਆਪਣਾ ਧਿਆਨ ਸਵਾਸਾਂ ਤੋਂ ਨਹੀਂ ਹਟਾਣਾ, ਵਿਚਾਰਾਂ ਨੂੰ ਧਿਆਨ ਨਹੀਂ ਦੇਣਾ, ਆਪਣਾ ਵਿਚਾਰਾਂ ਨੂੰ ਕੋਈ ਮਹੱਤਵ ਨਹੀਂ ਦੇਣਾ। ਕਿ ਜਿਸ ਤਰ੍ਹਾਂ ਮੰਨ ਲਓ ਮੈਨੂੰ ਵਿਚਾਰ ਆਇਆ ਕਿ ਮੈਂ ਬਾਜ਼ਾਰ ਜਾ ਕੇ ਸਬਜ਼ੀ ਲਿਆਣੀ ਔਰ ਰਾਤੀ ਇਹ ਸਬਜ਼ੀ ਬਣਾਣੀ ਹੈ। ਹੁਣ ਮੈਂ ਬੈਠੀ ਤੇ ਧਿਆਨ ਵਿੱਚ ਹੋਈ ਹਾਂ, ਲੇਕਿਨ ਧਿਆਨ ਵਿੱਚ ਹੀ ਮੈਂ ਬਾਜ਼ਾਰ ਵੀ ਚਲੀ ਗਈ, ਮੈਂ ਸਬਜ਼ੀਆਂ ਵੀ ਖਰੀਦ ਲਈ, ਮੈਂ ਰਸੋਈ 'ਚ ਜਾ ਕੇ ਸਬਜ਼ੀਆਂ ਬਣਾ ਵੀ ਲਈਆਂ ਤੇ ਹੁਣ ਮੈਂ ਧਿਆਨ ਨਹੀਂ ਕਰ ਰਹੀ, ਮੈਂ ਉਸ ਵਿਚਾਰ ਨਾਲ ਚਲੀ ਗਈ। ਤੇ ਤੁਸੀਂ ਵਿਚਾਰ, ਤੁਹਾਨੂੰ ਵਿਚਾਰ ਆਇਆ ਕਿ ਸਬਜ਼ੀ ਲੈਣੀ, ਅਜੇ ਤੇ ਨਹੀਂ ਜਾਣਾ ਨਾ ਸਬਜ਼ੀ ਲੈਣ, ਅਜੇ ਮੈਂ ਧਿਆਨ ਕਰ ਰਹੀ ਹਾਂ ਤੇ ਇਸ ਵਿਚਾਰ ਨੂੰ એનર્ਜੀ ਨਹੀਂ ਦੇਣੀ। ਧਿਆਨ ਵਾਪਸ ਸਵਾਸਾਂ ਤੇ ਲੈ ਆਣਾ, ਫਿਰ ਵਾਪਸ ਸਵਾਸਾਂ ਤੇ ਲੈ ਆਣਾ। ਤੇ ਹੌਲੀ ਹੌਲੀ ਪ੍ਰੈਕਟਿਸ ਕਰਨ ਨਾਲ ਆਪਣੇ ਆਪ ਸਾਨੂੰ ਸਵਾਸਾਂ ਨਾਲ ਮਨ ਨੂੰ ਜੋੜਨਾ ਆ ਜਾਏਗਾ। ਹੁਣ ਅਸੀਂ ਸਿਰਫ ਸਵਾਸਾਂ ਨੂੰ ਮਹਿਸੂਸ ਕਰਨਾ ਹੈ, ਆਂਦੇ ਹੋਏ ਸਵਾਸ ਔਰ ਜਾਂਦੇ ਹੋਏ ਸਵਾਸ। ਸਵਾਸਾਂ ਨੂੰ ਜਿਸ ਵੇਲੇ ਅਸੀਂ ਮਹਿਸੂਸ ਕਰਾਂਗੇ, ਸਾਖੀ ਬਣ ਜਾਵਾਂਗੇ ਸਵਾਸਾਂ ਦੇ, ਤੇ ਹੋਏਗਾ ਕਿ ਸਾਡੇ ਸਰੀਰ ਔਰ ਮਨ ਦੇ ਅੰਦਰ ਜਿਹੜੀਆਂ ਰੁਕਾਵਟਾਂ ਆਈਆਂ ਹੋਈਆਂ ਨੇ, ਜਿਹੜਾ ਸਾਡਾ ਊਰਜਾ ਸਰੀਰ ਹੈ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਲਾਲ ਲਾਲ ਉਹਦੇ 'ਚ ਉਹ ਧੱਬੇ ਬਣ ਗਏ ਨੇ,
ਤੇ ਉੱਤੋਂ ਤੇ ਲਾਈਟ ਆ ਰਹੀ ਹੈ, ਉੱਤੋਂ ਤੇ ਊਰਜਾ ਆ ਰਹੀ ਹੈ, ਪਰ ਸਾਡੇ ਅੰਦਰ ਨਹੀਂ ਜਾ ਰਹੀ। ਜਿੱਥੇ ਜਿੱਥੇ ਧੱਬੇ ਬਣੇ ਨੇ ਉਸ ਜਗ੍ਹਾ ਤੇ ਜਿਸ ਵੇਲੇ ਊਰਜਾ ਜਾਂਦੀ ਹੈ, ਇਹ ਧੱਬੇ ਦਾ ਮਤਲਬ ਹੈ ਉੱਥੇ ਉੱਥੇ ਊਰਜਾ ਦੇ ਰਸਤੇ 'ਚ ਰੁਕਾਵਟ ਹੈ, ਔਰ ਇਹੀ ਰੁਕਾਵਟ ਬਿਮਾਰੀ ਬਣ ਕੇ ਸਰੀਰ ਤੇ ਆਉਂਦੀ ਹੈ। ਤੇ ਜਿਉਂ-ਜਿਉਂ ਅਸੀਂ ਧਿਆਨ ਕਰਨੇ ਆ, ਊਰਜਾ ਸਾਡੇ ਰਸਤੇ ਸਾਫ਼ ਕਰਦੀ ਹੈ, ਸਾਡੇ ਸਰੀਰ 'ਚ ਪੂਰੀ ਤਰ੍ਹਾਂ ਊਰਜਾ ਵਹਿਣ ਲੱਗ ਜਾਂਦੀ ਹੈ, ਤੇ ਅਸੀਂ ਬਿਨਾਂ ਦਵਾਈ ਤੋਂ ਅਸੀਂ ਆਪਣੇ ਉਸ ਬਿਮਾਰੀ ਤੋਂ ਬਾਹਰ ਆ ਜਾਂਦੇ ਹਾਂ। ਤੇ ਇਸ ਵਾਸਤੇ ਸਿਰਫ ਸਵਾਸਾਂ ਨੂੰ ਮਹਿਸੂਸ ਕਰਨਾ। ਇਸ ਤਰ੍ਹਾਂ ਹੀ ਜਿਸ ਤਰ੍ਹਾਂ ਅਸੀਂ ਊਰਜਾ ਦੇ ਫੁਹਾਰੇ ਥੱਲੇ ਬਹਿ ਕੇ ਇਸ਼ਨਾਨ ਕਰ ਲਿਆ ਤੇ ਸਾਡਾ ਮਨ ਔਰ ਸਰੀਰ ਦੋਨੋਂ ਪਵਿੱਤਰ ਹੋ ਗਏ। ਹੁਣ ਧਿਆਨ ਦੇ 3 ਨਿਯਮ ਨੇ ਜਿਹੜੇ ਕਿ ਸਮਝਣੇ ਬਹੁਤ ਜ਼ਰੂਰੀ ਨੇ। ਪਹਿਲਾ ਨਿਯਮ ਇਹ ਕਹਿੰਦਾ ਹੈ, ਪਹਿਲਾ ਜਿਹੜਾ ਲਾ ਹੈ ਉਹ ਇਹ ਕਹਿੰਦਾ ਹੈ, ਕਾਨੂੰਨ, ਕਿ ਜਿਸ ਵੇਲੇ ਅਸੀਂ ਸਵਾਸਾਂ ਨੂੰ ਮਹਿਸੂਸ ਕਰਨ ਲੱਗਨੇ ਆ, ਮਨ ਹੌਲੀ ਹੌਲੀ ਵਿਚਾਰਾਂ ਤੋਂ ਪਰੇ ਹੁੰਦਾ ਜਾਂਦਾ ਹੈ, ਵਿਚਾਰ ਘਟਦੇ ਜਾਂਦੇ ਨੇ। ਇਹ ਬਹੁਤ ਧਿਆਨ ਰੱਖਣ ਵਾਲੀ ਗੱਲ ਹੈ। when the mind follows the breath it becomes rather empty, empty ਨਹੀਂ rather empty, ਮਤਲਬ ਵਿਚਾਰ ਘਟ ਜਾਂਦੇ ਨੇ। ਤੁਸੀਂ ਇਹ ਸੋਚੋ ਕਿ ਬਿਲਕੁਲ ਘੰਟਾ ਮੈਂ ਧਿਆਨ ਕੀਤਾ ਤੇ ਬੰਦ ਹੀ ਹੋ ਗਏ, ਨਹੀਂ, ਬਹੁਤ ਘਟ ਜਾਂਦੇ ਨੇ, ਹੌਲੀ ਹੌਲੀ ਘਟਦੇ ਘਟਦੇ ਬਹੁਤ ਘਟ ਜਾਂਦੇ ਨੇ। ਦੂਜਾ ਜਿਹੜਾ ਨਿਯਮ ਹੈ ਉਹ ਹੈ, when the mind is rather empty it absorbs cosmic energy, ਜਿਸ ਵੇਲੇ ਮਨ ਵਿਚਾਰਾਂ ਤੋਂ ਪਰੇ ਹੋ ਜਾਂਦਾ ਹੈ ਤੇ ਊਰਜਾ ਨੂੰ ਅੰਦਰ ਜਾਣ ਦਾ ਰਸਤਾ ਮਿਲ ਜਾਂਦਾ ਹੈ, ਤੇ ਬ੍ਰਹਮੰਡੀ ਊਰਜਾ ਨੂੰ ਮਨ ਸਾਡਾ ਜਿਹੜਾ ਖਾਲੀ ਮਨ, ਜਿਸ ਵੇਲੇ ਸ਼ੂਨਯ ਮਨ ਹੁੰਦਾ ਤੇ ਬ੍ਰਹਮੰਡੀ ਊਰਜਾ ਸਾਡੇ ਸਰੀਰ 'ਚ ਬਹੁਤ ਤੇਜ਼ੀ ਨਾਲ ਵਹਿਣ ਲੱਗ ਜਾਂਦੀ ਹੈ। ਤੇ ਤੀਜਾ ਨਿਯਮ ਇਹ ਕਹਿੰਦਾ ਹੈ ਕਿ when mind and body are surcharged with cosmic energy it activates ESP, extra sensory perceptions, ਜਿਸ ਵੇਲੇ ਸਰੀਰ ਔਰ ਮਨ ਕਾਸਮਿਕ એનર્ਜੀ ਨਾਲ ਭਰ ਜਾਂਦੇ ਨੇ ਤੇ ਸਾਡੇ ਅੰਦਰ ਦੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਜਾਗਣ ਲੱਗ ਜਾਂਦੀਆਂ ਨੇ। ਇਹ 3 ਨਿਯਮ ਨੇ। ਜਿਹੜਾ ਵੀ ਧਿਆਨ ਕਰਨ ਬੈਠੇਗਾ ਸਵਾਸਾਂ ਨਾਲ, ਉਹਦਾ ਮਨ ਵਿਚਾਰਾਂ ਤੋਂ ਖਾਲੀ ਹੋਏਗਾ। ਦੂਜਾ ਨਿਯਮ ਇਹ ਕਹਿੰਦਾ ਹੈ ਕਿ ਜਿਉਂ-ਜਿਉਂ ਮਨ ਵਿਚਾਰਾਂ ਤੋਂ ਖਾਲੀ ਹੋਏਗਾ, ਬ੍ਰਹਿਮੰਡ ਦੀ ਊਰਜਾ ਸਾਡੇ ਅੰਦਰ ਵਹਿਣ ਲੱਗ ਜਾਏਗੀ। ਤੀਜਾ ਨਿਯਮ ਇਹ ਕਹਿੰਦਾ ਹੈ, ਜਿਉਂ-ਜਿਉਂ ਬ੍ਰਹਿਮੰਡ ਦੀ ਊਰਜਾ ਸਾਡੇ ਅੰਦਰ ਜਾਏਗੀ, ਸਾਡੇ ਅੰਦਰ ਦੀਆਂ ਸ਼ਕਤੀਆਂ ਜਾਗਣ ਲੱਗ ਜਾਣਗੀਆਂ, ਸਾਡਾ ਨਾੜੀ ਮੰਡਲ ਸ਼ੁੱਧ ਹੋ ਜਾਏਗਾ। ਤੇ ਇਹ ਜਾਨਣਾ ਬਹੁਤ ਜ਼ਰੂਰੀ ਹੈ। ਹੁਣ ਧਿਆਨ 'ਚ ਹੋਣ ਵਾਲੀਆਂ 3 ਜਿਹੜੀਆਂ ਅਵਸਥਾ ਨੇ ਉਹ ਕੀ ਹੈ, ਤੇ ਉਹ ਕੇ ਨਿਯਮ। ਅਵਸਥਾ ਕੀ ਹੈ? ਪਹਿਲੀ ਅਵਸਥਾ ਹੈ ਕਾਇਆ ਨੂੰ ਪਸਣਾ। ਕਾਇਆ ਨੂੰ ਪਸਣਾ ਮਤਲਬ ਕਾਇਆ ਸਰੀਰ, ਅਨੂ ਥੋੜਾ ਜਿਹਾ, ਪਸਣਾ ਦੇਖਣਾ, ਮਤਲਬ ਕਿ ਧਿਆਨ ਦੇ ਟਾਈਮ ਸਾਡੇ ਸਰੀਰ 'ਚ ਜੋ ਜੋ ਵੀ ਹੁੰਦਾ ਹੈ ਉਹਦੇ ਵੱਲ ਘੱਟ ਤੋਂ ਘੱਟ ਧਿਆਨ ਦੇਣਾ। ਮੰਨ ਲਓ ਕਿ ਦਰਦ ਹੋ ਰਹੀ ਹੈ, ਖੁਜਲੀ ਹੋ ਰਹੀ ਹੈ, ਜੋ ਵੀ ਅੰਦਰ ਹੋ ਰਿਹਾ, ਉਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦੇਣਾ। ਇਹ ਮਨ ਦੀਆਂ ਸਾਰੀਆਂ ਸ਼ੈਤਾਨੀਆਂ ਨੇ ਕਿ ਉਹ ਨਹੀਂ ਚਾਹੁੰਦਾ ਅਸੀਂ ਧਿਆਨ ਕਰੀਏ। ਤੇ ਕਦੀ ਖੁਜਲੀ ਹੋਣ ਲੱਗ ਜਾਏਗੀ, ਕਦੀ ਲੱਗੇਗਾ ਚੀਟੀਆਂ ਚੱਲ ਰਹੀਆਂ ਨੇ, ਕਦੀ ਲੱਗੇਗਾ ਪਸੀਨਾ ਆ ਰਿਹਾ, ਕਦੀ ਲੱਗੇਗਾ ਘਬਰਾਹਟ ਹੋ ਰਹੀ ਹੈ। ਇਹ ਸਭ ਮਨ ਦੀਆਂ ਚਲਾਕੀਆਂ ਨੇ ਕਿ ਅਸੀਂ ਧਿਆਨ 'ਚ ਨਾ ਬੈਠੀਏ। ਤੇ ਇਹਨਾਂ ਚੀਜ਼ਾਂ ਵੱਲ ਬਿਲਕੁਲ ਥੋੜਾ ਧਿਆਨ ਨਹੀਂ ਦੇਣਾ ਕਿ ਹੁਣ ਇਹ ਹੋ ਰਿਹਾ ਨਹੀਂ, ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਦੇਣਾ। ਇਹ ਅਵਸਥਾ ਹੈ ਕਾਇਆ ਨੂੰ ਪਸਣਾ, ਮਤਲਬ ਪਹਿਲੇ ਤੇ ਸਰੀਰ ਨੂੰ ਸਥਿਰ ਹੋਣਾ ਹੈ ਸਾਡਾ। ਜਿਸ ਵੇਲੇ ਅਸੀਂ ਇਹ 3 ਲੋਕ ਲਗਾ ਲੈਂਦੇ ਆ ਤੇ ਹੌਲੀ ਹੌਲੀ ਸਰੀਰ ਜਿਹੜਾ ਹੈ ਉਹ ਸਥਿਰ ਹੋਣ ਲੱਗ ਜਾਂਦਾ, ਟਿਕਣ ਲੱਗ ਜਾਂਦਾ, ਟਿਕਾਓ 'ਚ ਆ ਜਾਂਦਾ। ਨਹੀਂ ਤਾਂ ਤੁਸੀਂ ਦੇਖੋ ਬੰਦਾ ਬੈਠਾ ਹੁੰਦਾ ਹੱਥ ਪੈਰ ਹਿਲਾਉਂਦਾ ਰਹਿੰਦਾ, ਕੋਈ ਜ਼ਰੂਰਤ ਥੋੜੀ ਹੱਥ ਪੈਰ ਹਿਲਾਉਣ ਦੀ, ਲੇਕਿਨ ਬੇਚੈਨੀ ਹੈ, ਹੱਥ ਪੈਰ ਹਿਲਾਉਂਦਾ ਰਹਿੰਦਾ। ਬਹੁਤ ਤੁਸੀਂ ਲੋਕਾਂ ਨੂੰ ਦੇਖੋ ਕਿ ਉਹ ਬੈਠੇ ਬੈਠੇ ਲੱਤਾਂ ਹੀ ਲਾਈ ਜਾਂਦੇ ਨੇ, ਕਿਉਂਕਿ ਸਾਨੂੰ ਆਦਤ ਹੀ ਨਹੀਂ ਹੈ ਟਿਕ ਕੇ ਬੈਠਣ ਦੀ। ਤੇ ਜਿਸ ਵੇਲੇ ਅਸੀਂ ਟਿਕ ਕੇ ਬਹਿਣ ਲੱਗਦੇ ਆ ਤੇ ਮਨ ਬਹੁਤ ਪਰੇਸ਼ਾਨ ਕਰਦਾ ਸਾਨੂੰ, ਤੇ ਸਾਨੂੰ ਇਸ ਤਰ੍ਹਾਂ ਦੀਆਂ ਬਹੁਤ ਚੀਜ਼ਾਂ ਹੁੰਦੀਆਂ, ਦਰਦ ਹੋ ਗਈ, ਘਬਰਾਹਟ ਹੋ ਗਈ, ਖੁਜਲੀ ਹੋਣ ਲੱਗ ਗਈ, ਇੰਜ ਲੱਗਦਾ ਕੀੜੀਆਂ ਚਲਦੀਆਂ ਪਈਆਂ ਨੇ। ਲੇਕਿਨ ਇਹਨਾਂ ਚੀਜ਼ਾਂ ਵੱਲ ਅਸੀਂ ਧਿਆਨ ਨਹੀਂ ਦੇਣਾ। ਇਹ ਪਹਿਲੀ ਅਵਸਥਾ ਹੈ ਜਿਹਨੂੰ ਕਿ ਸਰੀਰ ਵੱਲ ਅੰਦਰ ਬਹੁਤ ਕੁਝ ਹੁੰਦਾ ਹੈ, ਉਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦੇਣਾ। ਦੂਜੀ ਅਵਸਥਾ ਚਿੱਤਾਂ ਨੂੰ ਪਸਣਾ। ਚਿੱਤ, ਜਿਸ ਤਰ੍ਹਾਂ ਤੁਸੀਂ ਸਾਰੇ ਸਮਝਦੇ ਹੋ, ਚਿੱਤ ਜਿਹੜਾ ਮਨ ਨੂੰ ਚਿੱਤ ਕਿਹਾ ਜਾਂਦਾ ਹੈ। ਚਿੱਤ ਮਤਲਬ ਸਾਡੇ ਵਿਚਾਰ, ਅਨੂ ਫਿਰ ਉਹੀ ਥੋੜਾ ਪਸਣਾ ਦੇਖਣਾ। ਹੁਣ ਜਿਸ ਵੇਲੇ ਤੁਹਾਡਾ ਸਰੀਰ ਜਿਹੜਾ ਉਹ ਟਿਕਾਓ ਵਿੱਚ ਆ ਗਿਆ, ਬੈਠ ਗਏ, ਤੁਸੀਂ ਸਰੀਰ ਦੀਆਂ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ, ਹੁਣ ਤੁਹਾਡੇ ਅੰਦਰ ਜਿਸ ਵੇਲੇ ਊਰਜਾ ਜਾਏਗੀ, ਤੁਹਾਨੂੰ ਮਨ ਜਿਹੜਾ ਉਹ ਬੇਚੈਨ ਕਰਨ ਲੱਗ ਜਾਏਗਾ। ਕਿਉਂਕਿ ਹੁਣ ਮਨ ਨੇ ਵੇਖ ਲਿਆ ਸਰੀਰ ਨੂੰ ਤੇ ਮੈਂ ਜਿੰਨਾ ਵੀ ਹਿਲਾਇਆ ਇਹਨਾਂ ਨੇ ਨਹੀਂ ਹਿਲਾਇਆ, ਤੇ ਹੁਣ ਮਨ ਵਿੱਚ ਵਿਚਾਰਾਂ ਦਾ ਬਿਲਕੁਲ ਇੱਕ ਤੂਫਾਨ ਆ ਜਾਏਗਾ, ਜਿਹੜੇ ਤੁਸੀਂ ਕਦੀ ਸੋਚੇ ਵੀ ਨਹੀਂ ਉਹ ਵੀ ਵਿਚਾਰ ਆਉਣ ਲੱਗ ਜਾਣਗੇ। ਉਸ ਅਵਸਥਾ ਨੂੰ ਕਿਹਾ ਜਾਂਦਾ ਚਿੱਤਾਂ ਨੂੰ ਪਸਣਾ। ਤੇ ਉਹਨਾਂ ਵਿਚਾਰਾਂ ਵੱਲ ਧਿਆਨ ਨਹੀਂ ਦੇਣਾ। ਜਿੰਨੀ ਵੀ ਅੰਦਰ ਵਿਚਾਰਾਂ ਦੀ ਹਲਚਲ ਹੋਵੇ, ਉਹਨਾਂ ਵਿਚਾਰਾਂ ਵੱਲ ਧਿਆਨ ਨਹੀਂ ਦੇਣਾ। ਉਹ ਵਿਚਾਰ ਆ ਨਹੀਂ ਰਹੇ, ਉਹ ਵਿਚਾਰ ਜਾ ਰਹੇ ਨੇ, ਮਨ ਖਾਲੀ ਹੋ ਰਿਹਾ ਤੇ ਖਾਲੀ ਹੋਣ ਦੋ, ਉਹਨਾਂ ਵੱਲ ਧਿਆਨ ਨਹੀਂ ਦੇਣਾ। ਲੋਕੀ ਘਬਰਾ ਜਾਂਦੇ ਨੇ, ਅਰੇ ਬੜੇ ਵਿਚਾਰ ਆ ਰਹੇ, ਬੜੇ ਵਿਚਾਰ ਆ ਰਹੇ, ਕਿਉਂਕਿ ਹੁਣ ਤੱਕ ਅਸੀਂ ਇਕੱਠੇ ਵਿਚਾਰ ਕੀਤੇ ਨੇ, ਚਾਰੋਂ ਪਾਸੇ ਅਸੀਂ ਵਿਚਾਰ ਹੀ ਤੇ ਇਕੱਠੇ ਕੀਤੇ ਨੇ। ਹੁਣ ਉਹ ਵਿਚਾਰ ਜਾ ਰਹੇ ਨੇ ਤੇ ਸਾਨੂੰ ਘਬਰਾਹਟ ਹੋ ਰਹੀ। ਵਿਚਾਰ ਸਾਡੇ ਆਪਣੇ ਤੇ ਹੈ ਨਹੀਂ ਉਹ ਵਿਚਾਰ। ਅਗਰ ਤੁਸੀਂ ਗਹਿਰਾਈ ਨਾਲ ਦੇਖੋਗੇ 95% ਤੋਂ ਜ਼ਿਆਦਾ ਵਿਚਾਰ ਦੂਜਿਆਂ ਦੇ ਹੀ ਨੇ, ਸਾਡੇ ਆਪਣੇ ਹੈ ਨਹੀਂ।
ਤੇ ਉਹ ਜਾਂਦੇ ਨੇ ਤਾਂ ਵੀ ਸਾਨੂੰ ਘਬਰਾਹਟ ਹੋਣ ਲੱਗ ਜਾਂਦੀ ਕਿ ਵਿਚਾਰ ਆ ਰਹੇ ਨੇ, ਆ ਨਹੀਂ ਰਹੇ, ਉਹ ਜਾ ਰਹੇ ਨੇ, ਉਹਨਾਂ ਵੱਲ ਧਿਆਨ ਨਹੀਂ ਦੇਣਾ ਹੈ। ਦੂਜੀ ਅਵਸਥਾ ਹੈ ਚਿੱਤਾਂ ਨੂੰ ਪਸਣਾ। ਤੀਜੀ ਅਵਸਥਾ ਆਂਦੀ ਹੈ ਵਿਪਸਨਾ, ਜਿਹਨੂੰ ਕਹਿੰਦੇ ਨੇ ਵੀ ਵਿਸ਼ੇਸ਼ ਰੂਪ ਨਾਲ, ਪਸਣਾ ਦੇਖਣਾ, ਮਤਲਬ ਤੀਸਰੀ ਅੱਖ ਨਾਲ ਦੇਖਣਾ, ਸਾਡੀ ਥਰਡ ਆਈ ਦਾ ਐਕਟੀਵੇਟ ਹੋ ਜਾਣਾ। ਜਿਸ ਵੇਲੇ ਧਿਆਨ ਕਰਦੇ ਕਰਦੇ ਸਾਡੀ ਥਰਡ ਆਈ ਐਕਟੀਵੇਟ ਹੋਣ ਲੱਗ ਜਾਂਦੀ ਹੈ ਤੇ ਉਹ ਥਰਡ ਆਈ ਦੇ ਜਿਹੜੇ ਐਕਸਪੀਰੀਅੰਸ ਹੁੰਦੇ ਨੇ ਉਹਨਾਂ ਨੂੰ ਵਿਸ਼ੇਸ਼ ਰੂਪ ਨਾਲ ਦੇਖਣਾ। ਪਹਿਲੀਆਂ ਦੋ ਅਵਸਥਾ ਵਿੱਚ ਧਿਆਨ ਨਹੀਂ ਦੇਣਾ, ਤੀਜੀ ਅਵਸਥਾ ਵਿੱਚ ਜਿਸ ਵੇਲੇ ਸਾਨੂੰ ਕੋਈ ਇਨਸਾਈਟਸ ਆਉਂਦੀਆਂ ਨੇ, ਸਾਡੇ ਅੰਦਰੋਂ ਕੋਈ ਆਵਾਜ਼ ਆਉਂਦੀ ਹੈ, ਸਾਨੂੰ ਕੁਝ ਦਿਖਾਈ ਦਿੰਦਾ, ਉਹਨਾਂ ਚੀਜ਼ਾਂ ਵੱਲ ਖਾਸ ਧਿਆਨ ਦੇਣਾ ਕਿ ਉਹ ਸਾਨੂੰ ਕੀ ਸੁਨੇਹਾ ਦੇ ਰਹੀਆਂ ਨੇ, ਕੀ ਸੰਦੇਸ਼ ਦੇ ਰਹੀਆਂ ਨੇ। ਤੇ ਇਹ ਤੀਜੀ ਅਵਸਥਾ ਜਿਹੜੀ ਹੈ ਇਹ ਸਾਡਾ ਦਿਵਯ ਚਕਸ਼ੂ ਜਿਹਨੂੰ ਕਿਹਾ ਜਾਂਦਾ ਹੈ, ਥਰਡ ਆਈ ਕਿਹਾ ਜਾਂਦਾ ਹੈ, ਆਤਮਾ ਦੀ ਅੱਖ ਕਿਹਾ ਜਾਂਦਾ ਹੈ, ਇਹ ਜਾਗਨੇ ਦੀ ਅਵਸਥਾ ਹੈ। ਤੇ ਉਹਨਾਂ ਸੰਦੇਸ਼ਾਂ ਵੱਲ ਧਿਆਨ ਦੇਣਾ ਕਿ ਉਹਨਾਂ ਨੂੰ ਅਸੀਂ ਜ਼ਿੰਦਗੀ 'ਚ ਕਿਸ ਤਰ੍ਹਾਂ ਉਤਾਰ ਸਕਨੇ ਆ। ਹੁਣ ਸਾਡੀਆਂ ਚਾਰ ਇਹ ਅੱਖਾਂ ਨੇ ਜਿਹਨੂੰ ਅਸੀਂ ਜ਼ਿਆਦਾ ਥਰਡ ਆਈ ਨੂੰ ਅਸੀਂ ਸਮਝਦੇ ਹਾਂ, ਲੇਕਿਨ ਨਹੀਂ, ਚਾਰ ਤਰ੍ਹਾਂ ਦੀਆਂ ਸਾਡੀਆਂ ਅੱਖਾਂ ਨੇ। ਪਹਿਲੀ ਹੈ ਫਿਜ਼ੀਕਲ ਆਈ, ਜਿਨ੍ਹਾਂ ਨਾਲ ਸਰੀਰਿਕ ਅੱਖਾਂ, ਜਿਹੜੇ ਚਰਮ ਚਕਸ਼ੂ ਜਿਹਨੂੰ ਕਿਹਾ ਜਾਂਦਾ ਹੈ, ਇਹ ਸਰੀਰ ਦੀਆਂ ਅੱਖਾਂ ਜਿਹੜੀਆਂ ਜਿਨ੍ਹਾਂ ਨਾਲ ਅਸੀਂ ਇਹ ਸੰਸਾਰ ਦੇਖਨੇ ਆ। ਤੇ ਜੇ ਇਹ ਅੱਖਾਂ ਨਾਲ ਅਸੀਂ ਸੰਸਾਰ ਦੇਖਨੇ ਆ ਤੇ ਜੋ ਸੰਸਾਰ ਅਸੀਂ ਦੇਖਨੇ ਆ ਇਹਨਾਂ ਅੱਖਾਂ ਨਾਲ, ਉਹ ਸੰਸਾਰ ਸਾਡੇ ਮਨ ਵਿੱਚ ਵਸ ਜਾਂਦਾ। ਜੈਸਾ ਬਾਹਰ ਸੰਸਾਰ ਹੈ, ਇਸ ਤੋਂ ਵੱਡਾ ਸੰਸਾਰ ਸਾਡੇ ਮਨ ਨੇ ਅੰਦਰ ਵਸਾਇਆ ਹੈ। ਤੇ ਉਹ ਜਿਸ ਵੇਲੇ ਧਿਆਨ ਕਰੀਦਾ, ਊਰਜਾ ਅੰਦਰ ਜਾਂਦੀ ਹੈ ਤੇ ਉਹ ਮਨ ਦਾ ਜਿਹੜਾ ਸੰਸਾਰ ਬਣਿਆ ਨਾ, ਉਹ ਸਾਡੇ ਸਾਹਮਣੇ ਆਉਣ ਲੱਗ ਜਾਂਦਾ ਹੈ। ਹੁਣ ਉਹ ਮਨ ਦਾ ਜਿਹੜਾ ਸਾਡੇ ਸਾਹਮਣੇ ਆ ਰਿਹਾ ਸੰਸਾਰ, ਤੇ ਅਸੀਂ ਘਬਰਾ ਜਾਂਦੇ ਹਾਂ ਕਿ ਇਹ ਕੀ ਹੋ ਗਿਆ, ਤੇ ਇੰਨੇ ਵਿਚਾਰ ਆ ਰਹੇ ਨੇ। ਉਹ ਸਾਰੀ ਊਰਜਾ ਮਨ ਨੂੰ ਮਿਲ ਰਹੀ ਹੈ ਤੇ ਮਨ ਤੁਹਾਨੂੰ ਅੰਦਰੋਂ ਕੱਢ ਕੱਢ ਕੇ ਦਿਖਾ ਰਿਹਾ ਵਿਚਾਰ ਕਿ ਉਹਨੇ ਕੀ ਇਕੱਠਾ ਕੀਤਾ ਹੈ, ਉਹਨੇ ਕੀ ਸ਼ਾਪਿੰਗ ਕਰਕੇ ਅੰਦਰ ਜਮਾ ਕੀਤਾ, ਤਾਂ ਤੁਹਾਨੂੰ ਕੱਢ ਕੱਢ ਕੇ ਦਿਖਾ ਰਿਹਾ, ਦੇਖੋ ਇਹ ਵੀ ਸ਼ਾਪਿੰਗ ਕੀਤੀ, ਮੈਂ ਵੀ ਕੀਤੀ, ਇਹ ਵੀ ਕੀਤੀ। ਤੇ ਅਸੀਂ ਘਬਰਾ ਜਾਂਦੇ, ਇੰਜੋਏ ਕਰੋ, ਜਾਣਦੇ ਹੋ ਕਿ ਮੈਨੂੰ ਇਹ ਸ਼ਾਪਿੰਗ ਨਹੀਂ ਚਾਹੀਦੀ, ਇਹ ਸਮਾਨ ਮੈਨੂੰ ਨਹੀਂ ਚਾਹੀਦਾ, ਲੈ ਜਾ ਬਾਹਰ, ਲੈ ਜਾ ਬਾਹਰ, ਲੈ ਜਾ। ਤੇ ਉਹ ਸਾਡੇ ਜਿਸ ਵੇਲੇ ਅਸੀਂ ਧਿਆਨ ਕਰਨ ਬੈਠਦੇ ਹਾਂ, ਪਹਿਲੇ ਤੇ ਅਸੀਂ ਇਹਨਾਂ ਅੱਖਾਂ ਤੇ ਕੰਟਰੋਲ ਕਰਨਾ, ਇਹਨਾਂ ਨੂੰ ਬੰਦ ਕਰਨਾ, ਇਹਨਾਂ ਨਾਲ ਅਸੀਂ ਕੁਝ ਨਹੀਂ ਦੇਖਣਾ। ਫਿਰ ਸਾਡੀ ਅੰਦਰ ਦੀ ਜਿਹੜੀ ਅੱਖ ਹੈ, ਮਨ ਦੀ ਅੱਖ ਹੈ। ਹੁਣ ਜਿਸ ਤਰ੍ਹਾਂ ਮੰਨ ਲਓ ਕਿ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਮੇਰੀ ਮਦਰ ਨੂੰ ਤੁਸੀਂ ਆਪਣੇ ਅੱਖਾਂ ਦੇ ਸਾਹਮਣੇ ਲੈ ਕੇ ਆਓ, ਤੁਸੀਂ ਨਹੀਂ ਲਿਆ ਸਕਦੇ ਕਿਉਂਕਿ ਤੁਸੀਂ ਉਹਨਾਂ ਨੂੰ ਦੇਖਿਆ ਹੀ ਨਹੀਂ। ਜੋ ਕੁਝ ਅਸੀਂ ਇਸ ਅੱਖਾਂ ਨਾਲ, ਇਹਨਾਂ ਅੱਖਾਂ ਨਾਲ ਸੰਸਾਰ 'ਚ ਵੇਖਿਆ ਹੈ, ਉਹ ਸਭ ਮਨ ਨੇ ਅੰਦਰ ਵਸਾਇਆ। ਜੋ ਤੁਸੀਂ ਨਹੀਂ ਦੇਖਿਆ, ਤੁਸੀਂ ਉਹਦੀ ਕਲਪਨਾ ਨਹੀਂ ਕਰ ਸਕਦੇ। ਤੇ ਮਨ ਦਾ ਉਹ ਜਿਹੜਾ ਸੰਸਾਰ ਹੈ, ਜਿਸ ਵੇਲੇ ਅੱਖਾਂ ਇਹ ਵਾਲੀਆਂ ਬੰਦ ਕਰੀਦੀਆਂ ਨੇ ਤੇ ਮਨ ਦਾ ਸੰਸਾਰ ਜਿਹੜਾ ਉਹ ਖੁੱਲ ਜਾਂਦਾ ਹੈ। ਤੇ ਜਿਸ ਵੇਲੇ ਮਨ ਦਾ ਸੰਸਾਰ ਖੁੱਲਦਾ ਤੇ ਅਸੀਂ ਹੈਰਾਨ ਹੋ ਜਾਂਦੇ ਹਾਂ ਕਿ ਇਹ ਕਿਸ ਤਰ੍ਹਾਂ ਇਕੱਠਾ ਹੋ ਗਿਆ, ਇਹ ਅਸੀਂ ਆਪ ਹੀ ਇਕੱਠਾ ਕੀਤਾ। ਤੇ ਉਹ ਜਿਸ ਵੇਲੇ ਹੌਲੀ ਹੌਲੀ ਉਹ ਮਨ ਦਾ ਜਿਹੜਾ ਅੱਖ ਹੈ, ਮਨ ਦਾ ਜਿਹੜਾ ਚਕਸ਼ੂ ਹੈ, ਮਨ ਦਾ ਜਿਹੜਾ ਸੰਸਾਰ ਹੈ ਅੰਦਰ ਦਾ, ਉਹਦੀ ਸਫਾਈ ਹੁੰਦੀ ਹੈ, ਤਾਂ ਸਾਡੀ ਆਤਮਾ ਦੀ ਅੱਖ ਜਾਗਦੀ ਹੈ, ਜਿਹਨੂੰ ਥਰਡ ਆਈ ਕਿਹਾ ਜਾਂਦਾ ਹੈ। ਉਹ ਆਤਮਾ ਦੀ ਅੱਖ ਹੈ। ਉਹ ਹੌਲੀ ਹੌਲੀ ਫਿਰ ਆਤਮਾ ਦੀ ਅੱਖ ਤੋਂ ਪਰਦਾ ਹਟਦਾ ਹੈ ਤੇ ਆਤਮਾ ਦੀ ਅੱਖ ਜਾਗਦੀ ਹੈ, ਜਿਹਨੂੰ ਵਿਪਸਨਾ ਦੀ ਅਵਸਥਾ ਕਿਹਾ ਜਾਂਦਾ ਹੈ। ਉਹਦੇ 'ਚ ਫਿਰ ਸਾਨੂੰ ਉਹ ਚੀਜ਼ਾਂ ਦਿਖਾਈ ਦਿੰਦੀਆਂ ਨੇ ਜਿਹੜੀਆਂ ਅਸੀਂ ਪੰਜ ਇੰਦਰੀਆਂ ਨਾਲ ਨਾ ਤੇ ਦੇਖੀਆਂ ਨੇ, ਨਾ ਸੁਣੀਆਂ ਨੇ, ਨਾ ਅਨੁਭਵ ਕੀਤੀਆਂ ਨੇ। ਉਹ ਸਾਡੇ ਚਿੱਤ ਚੇਤੇ ਵਿੱਚ ਵੀ ਨਹੀਂ ਉਹ ਚੀਜ਼ਾਂ ਸਾਨੂੰ ਦਿਖਾਈ ਦਿੰਦੀਆਂ ਨੇ, ਉਹ ਸਾਡੀ ਆਤਮਾ ਸਾਨੂੰ ਦਿਖਾਉਂਦੀ ਹੈ। ਉਹ ਆਤਮਾ ਦੀ ਅੱਖ ਹੈ ਜਿਹੜੀ ਸਾਨੂੰ ਦਿਖਾਉਂਦੀ ਹੈ। ਹੁਣ ਉਹ ਆਤਮਾ ਦੀ ਅੱਖ ਜੋ ਸਾਨੂੰ ਗਿਆਨ ਦੇ ਰਹੀ ਹੈ, ਜੋ ਥਰਡ ਆਈ ਸਾਨੂੰ ਗਿਆਨ ਦੇ ਰਹੀ, ਉਸ ਗਿਆਨ ਨੂੰ ਆਪਣੇ ਜੀਵਨ 'ਚ ਕਿਸ ਤਰ੍ਹਾਂ ਉਤਾਰਨਾ ਹੈ, ਉਹਦੀ ਸਮਝ ਹੋਣੀ ਬੜੀ ਜ਼ਰੂਰੀ ਹੈ। ਹੁਣ ਤੁਹਾਨੂੰ ਕੁਝ ਦਿਸ ਗਿਆ ਤੇ ਤੁਸੀਂ ਸਮਝੋ ਕਿ ਤਾਂ ਹੁਣੇ ਹੀ ਹੋ ਜਾਣਾ, ਨਹੀਂ, ਹੁਣੇ ਨਹੀਂ ਹੋਣਾ, ਪਤਾ ਨਹੀਂ ਕਦੋਂ ਹੋਣਾ। ਉਸ ਜਿਹੜਾ ਤੁਹਾਨੂੰ ਗਿਆਨ ਮਿਲਿਆ, ਉਹਨੂੰ ਗਿਆਨ ਨੂੰ ਆਪਣੇ ਜੀਵਨ 'ਚ ਕਿਸ ਤਰ੍ਹਾਂ ਉਤਾਰਨਾ ਹੈ, ਉਹ ਸਮਝ ਹੋਣੀ ਬਹੁਤ ਜ਼ਰੂਰੀ ਹੈ। ਔਰ ਉਹਨੂੰ ਕਿਹਾ ਜਾਂਦਾ ਵਿਜ਼ਡਮ ਆਈ। ਵਿਜ਼ਡਮ ਆਈ ਮਤਲਬ ਤੁਹਾਡੀ ਵਿਵੇਕ ਬੁੱਧੀ ਜਿਸ ਵੇਲੇ ਜਾਗਦੀ ਹੈ ਕਿ ਉਹ ਜਿਹੜਾ ਗਿਆਨ ਤੁਹਾਨੂੰ ਮਿਲਿਆ ਹੈ, ਉਹਨੂੰ ਜੀਵਨ 'ਚ ਉਤਾਰਨਾ ਕਿਸ ਤਰ੍ਹਾਂ ਹੈ, ਉਹਦੀ ਪ੍ਰੈਕਟਿਸ ਕਿਸ ਤਰ੍ਹਾਂ ਕਰਨੀ ਹੈ ਜੀਵਨ ਵਿੱਚ। ਕਿਉਂਕਿ ਜੋ ਦਿਖਦਾ ਹੈ, ਇਹ ਨਹੀਂ ਕਿ ਅੱਜ ਦਿਸਿਆ ਤਾਂ ਹੁਣੇ ਹੀ ਉਹ ਹੋ ਜਾਣਾ ਤੇ ਮੈਂ ਹੁਣੇ ਹੀ ਸ਼ੁਰੂ ਹੋ ਜਾਵਾਂ ਕਿ ਵੀ ਫਟਾਫਟ ਇਹ ਸਭ ਮੈਂ ਕੰਮ ਕਰ ਲਾਂ ਕਿਉਂਕਿ ਮੈਨੂੰ ਤੇ ਦਿਸ ਗਿਆ। ਨਹੀਂ, ਵਿਵੇਕ ਹੋਣਾ ਬਹੁਤ ਜ਼ਰੂਰੀ ਹੈ ਕਿ ਉਹ ਵਿਵੇਕ ਬੁੱਧੀ ਜਿਹੜੀ ਵਿਜ਼ਡਮ ਆਈ ਹੈ, ਉਹ ਗਿਆਨ ਨੂੰ ਮੈਂ ਕਿੱਥੇ ਕਿਸ ਤਰ੍ਹਾਂ ਜੀਵਨ 'ਚ ਉਤਾਰਨਾ। ਐਸੇ ਵਾਸਤੇ ਪਤਰੀ ਸਰ ਕਹਿੰਦੇ ਨੇ ਕਿ ਜੋ ਵੀ ਤੁਹਾਡੇ ਜੀਵਨ ਦੇ ਅਨੁਭਵ ਹੁੰਦੇ ਨੇ, ਜੋ ਵੀ ਤੁਹਾਡੇ ਧਿਆਨ ਦੇ ਅਨੁਭਵ ਨੇ, ਜੋ ਵੀ ਤੁਹਾਡੇ ਸੁਪਨਿਆਂ ਦੇ ਅਨੁਭਵ ਨੇ, ਉਹਨਾਂ ਨੂੰ ਤੁਸੀਂ ਉਹਨਾਂ ਦੀ ਸਮੀਖਿਆ ਨਾ ਕਰੋ, ਉਹਨਾਂ ਨੂੰ ਐਨਾਲਾਈਜ਼ ਨਾ ਕਰੋ ਕਿਉਂਕਿ ਤੁਸੀਂ ਸਮਝ ਹੀ ਨਹੀਂ ਸਕਦੇ। ਤੇ ਸਿੱਧੀ ਸਧਾਰਨ ਜੀ ਗੱਲ ਹੈ, ਜਿਹੜੀ ਚੀਜ਼ ਤੁਹਾਨੂੰ ਮਨ ਤੋਂ ਪਾਰ ਜਾ ਕੇ ਦਿਖਾਈ ਦਿੱਤੀ ਹੈ, ਉਹ ਜਿਸ ਵੇਲੇ ਤੁਸੀਂ ਫਿਰ ਵਾਪਸ ਮਨ ਦੇ ਦਾਇਰੇ 'ਚ ਆ ਗਏ ਤੇ ਤੁਸੀਂ ਸਮਝ ਕਿਸ ਤਰ੍ਹਾਂ ਸਕਦੇ ਹੋ।
ਜਿਹੜੀ ਚੀਜ਼ ਮਨ ਤੋਂ ਪਾਰ ਜਾ ਕੇ ਦਿਖਾਈ ਦਿੱਤੀ ਉਹਨੂੰ ਮਨ ਸਮਝ ਕਿਸ ਤਰ੍ਹਾਂ ਸਕਦਾ ਹੈ? ਤੇ ਮਨ ਨੂੰ ਕਾਹਲੀ ਪੈਂਦੀ ਹੈ ਕਿ ਇਹ ਕੀ, ਇਹਦਾ ਮਤਲਬ ਕੀ ਹੈ? ਤੇ ਲੋਕੀ ਪੁੱਛਦੇ ਇਹ ਐਕਸਪੀਰੀਅੰਸ ਹੋਇਆ ਦਾ ਕੀ ਮਤਲਬ ਹੈ, ਇਹ ਐਕਸਪੀਰੀਅੰਸ ਹੋਇਆ ਸੁਪਨਾ ਇਹਦਾ ਕੀ ਮਤਲਬ ਹੈ? ਮਤਲਬ ਤੁਹਾਨੂੰ ਨਹੀਂ ਸਮਝ ਆਣਾ ਹੋਏਗਾ ਉਸੇ ਵੇਲੇ ਆ ਜਾਏਗਾ। ਜੇ ਸਮਝ ਨਹੀਂ ਆਇਆ ਤੁਹਾਨੂੰ ਤੇ ਕਿਸੇ ਹੋਰ ਨੂੰ ਸਮਝ ਆ ਵੀ ਨਹੀਂ ਸਕਦਾ। ਉਹ ਜਦੋਂ ਵੀ ਸਮਝ ਆਏਗਾ, ਜਦੋਂ ਤੁਹਾਡੀ ਜੀਵਨ ਵਿੱਚ ਉਸ ਚੀਜ਼ ਦੀ ਜ਼ਰੂਰਤ ਹੋਏਗੀ, ਉਦੋਂ ਤੁਹਾਨੂੰ ਜ਼ਰੂਰ ਸਮਝ ਆ ਜਾਏਗਾ। ਤੇ ਇਸ ਵਾਸਤੇ ਕਾਹਲੇ ਨਹੀਂ ਪੈਣਾ। ਤੇ ਉਹ ਵਿਵੇਕ ਬੁੱਧੀ ਜਿਹੜੀ ਹੈ, ਪਰਮਾਤਮਾ ਜਿਸ ਵੇਲੇ ਸਾਡੇ ਅੰਦਰ ਦੀ ਜਗਾਂਦਾ ਹੈ, ਵਿਵੇਕ ਬੁੱਧੀ ਧਿਆਨ ਕਰਦੇ ਕਰਦੇ ਜਾਗਦੀ ਹੈ, ਤੇ ਫਿਰ ਸਾਨੂੰ ਸਮਝ ਆਉਂਦੀ ਹੈ ਕਿ ਇਹ ਜੋ ਅਸੀਂ ਦੇਖਿਆ ਹੈ ਜਾਂ ਜੋ ਸਾਨੂੰ ਮਾਸਟਰਸ ਨੇ ਸੁਨੇਹਾ ਦਿੱਤਾ ਹੈ, ਜੋ ਸਾਨੂੰ ਧਿਆਨ ਚ ਦਿਖਾਈ ਦਿੱਤਾ ਹੈ, ਇਹਦਾ ਅਰਥ ਕੀ ਹੈ, ਇਹਦਾ ਮਤਲਬ ਕੀ ਹੈ, ਇਹਨੂੰ ਕਿੱਥੇ ਕਿਸ ਤਰ੍ਹਾਂ ਜੀਵਨ ਚ ਉਤਾਰਨਾ ਹੈ, ਇਹਦਾ ਮੇਰੇ ਜੀਵਨ ਚ ਮੈਨੂੰ ਕੀ ਲਾਭ ਹੋਏਗਾ, ਦੂਜੇ ਨੂੰ ਕੀ ਲਾਭ ਹੋਏਗਾ। ਤੇ ਇਹ ਚੀਜ਼ਾਂ, ਇਹ ਅਵਸਥਾ ਜਾਣਨੀਆਂ ਬਹੁਤ ਜ਼ਰੂਰੀ ਹੈ। ਜਦ ਤੱਕ ਅਸੀਂ ਇਹ ਅੱਖਾਂ ਸਰੀਰ ਦੀਆਂ ਬੰਦ ਨਹੀਂ ਕਰਾਂਗੇ, ਮਨ ਦੀ ਅੱਖ ਨਹੀਂ ਖੁੱਲੇਗੀ। जब तक मन की अख शून्य नहीं होएगी, तब तक आत्मा की अख नहीं खुलेगी। आत्मा की अख खुलेगी ते फिर हौली हौली साधना करदे तुहाडे अंदर विवेक बुद्धि जागेगी। यह पूरा सर्कल तां कंप्लीट होएगा। ये अखा ही बंद नहीं करांगे ते अगे कित्थे जावांगे? ते जे मन शून्य नहीं होएगा, मन च विचार ही चलते रहणगे, ते आत्मा की अख किस तरह खुलेगी? हुण आत्मा की अख खुल गई, हुण ਉਹ ਚੀਜ਼ਾਂ ਜਿਹੜੀਆਂ ਤੁਸੀਂ ਮਨ ਤੋਂ ਪਾਰ ਜਾ ਕੇ ਦੇਖੀਆਂ ਨੇ, ਉਹ ਹੁਣ ਤੁਹਾਨੂੰ ਸਮਝ ਕਿਸ ਤਰ੍ਹਾਂ ਆਣਗੀਆਂ? ਤੁਹਾਨੂੰ ਵਿਵੇਕ ਬੁੱਧੀ ਨਾਲ ਸਮਝ ਆਣਗੀ। ਹੰਸ ਬੁੱਧੀ ਕਿ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਅਲੱਗ ਕਰਨਾ, ਉਹ ਹੰਸ ਬੁੱਧੀ ਜਿਸ ਵੇਲੇ ਮਿਲਦੀ, ਜਿਹਨੂੰ ਵਿਜ਼ਡਮ ਆਈ ਕਿਹਾ ਜਾਂਦਾ ਹੈ, ਉਸ ਵੇਲੇ ਤੁਹਾਨੂੰ ਸਮਝ ਆਏਗੀ ਕਿ ਇਸ ਗਿਆਨ ਨੂੰ ਮੈਂ ਆਪਣੇ ਜੀਵਨ 'ਚ ਕਿੱਥੇ ਉਤਾਰਨਾ ਹੈ ਔਰ ਕਿਸ ਤਰ੍ਹਾਂ ਉਤਾਰਨਾ ਹੈ। ਤੇ ਇਹ ਅਵਸਥਾ ਨੇ, ਤਿੰਨ ਨਿਯਮ ਨੇ ਔਰ 4 ਸਾਡੀਆਂ ਇਹ ਜਿਹੜੀਆਂ ਆਈਜ਼ ਨੇ, ਅੱਖਾਂ ਨੇ। ਪਹਿਲਾ ਨਿਯਮ ਹੈ, ਜਿਸ ਵੇਲੇ ਅਸੀਂ ਸਵਾਸਾਂ ਨੂੰ ਮਹਿਸੂਸ ਕਰਨੇ ਆ, ਮਨ ਵਿਚਾਰ ਸ਼ੂन्य ਹੋਣ ਲੱਗ ਜਾਂਦਾ ਹੈ ਹੌਲੀ ਹੌਲੀ। ਜਿਸ ਵੇਲੇ ਸਾਡੇ ਅੰਦਰ ਬਹੁਤ ਜ਼ਿਆਦਾ ਬ੍ਰਹਿਮੰਡੀ ਊਰਜਾ ਵਹਿੰਦੀ ਹੈ, ਤੇ ਫਿਰ ਸਾਡਾ ਮਨ ਜਿਸ ਵੇਲੇ ਸ਼ੂन्य ਹੁੰਦਾ, ਦੂਜਾ ਨਿਯਮ ਹੈ, ਜਿਸ ਵੇਲੇ ਸਾਡਾ ਮਨ ਸ਼ੂन्य ਹੁੰਦਾ, ਥੋੜਾ ਥੋੜਾ ਵਿਚਾਰਾਂ ਤੋਂ ਖਾਲੀ ਹੁੰਦਾ, ਸਾਡੇ ਅੰਦਰ ਬਹੁਤ ਜ਼ਿਆਦਾ ਬ੍ਰਹਿਮੰਡੀ ਊਰਜਾ ਆਉਂਦੀ ਹੈ। ਔਰ ਜਿਸ ਵੇਲੇ ਸਾਡੇ ਅੰਦਰ ਬਹੁਤ ਜ਼ਿਆਦਾ ਬ੍ਰਹਿਮੰਡ ਦੀ ਊਰਜਾ ਆਉਂਦੀ ਹੈ, ਸਾਡੇ ਅੰਦਰ ਦੀਆਂ ਸ਼ਕਤੀਆਂ ਜਾਗ ਜਾਂਦੀਆਂ ਨੇ। ਇਹ 3 ਨਿਯਮ ਨੇ। ਤੇ 3 ਅਵਸਥਾ ਕਿਹੜੀਆਂ ਨੇ? ਕਾਇਆ ਨੂੰ ਪਸਣਾ, ਕਿ ਸ਼ਰੀਰ ਨਹੀਂ ਟਿਕਦਾ, ਸ਼ਰੀਰ 'ਚ ਬੜਾ ਕੁਝ ਹੁੰਦਾ ਹੈ ਤੇ ਉਹਦੇ ਵੱਲ ਧਿਆਨ ਨਹੀਂ ਦੇਣਾ। ਚਿੱਤਾਂ ਨੂੰ ਪਸਣਾ, ਫਿਰ ਸ਼ਰੀਰ ਤੋਂ ਬਾਅਦ ਮਨ 'ਚ ਬਹੁਤ ਕੁਝ ਹੁੰਦਾ ਹੈ ਤੇ ਫਿਰ ਉਹਨਾਂ ਵਿਚਾਰਾਂ ਵੱਲ ਵੀ ਧਿਆਨ ਨਹੀਂ ਦੇਣਾ। ਫਿਰ ਤੀਜੀ ਅਵਸਥਾ ਆਉਂਦੀ ਹੈ ਵਿਪਸਨਾ, ਵਿਸ਼ੇਸ਼ ਰੂਪ ਨਾਲ ਆਤਮਾ ਦੀ ਅੱਖ ਨਾਲ ਜੋ ਦਿਖਾਈ ਦੇ ਰਿਹਾ ਉਹਨੂੰ ਵਿਸ਼ੇਸ਼ ਰੂਪ ਨਾਲ ਦੇਖਣਾ। ਫਿਰ ਇਹ 3 ਅਵਸਥਾ ਤੋਂ ਬਾਅਦ ਫਿਰ ਸਾਡੇ ਚੌਥੀ, ਪਹਿਲੀ ਅੱਖ ਬੰਦ ਕੀਤੀ ਸ਼ਰੀਰ ਦੀ ਤੇ ਮਨ ਦੀ ਅੱਖ ਖੁੱਲੀ, ਮਨ ਦੀ ਅੱਖ ਸ਼ੂन्य ਹੋਈ, ਖਾਲੀ ਹੋਈ, ਤੇ ਸਾਡੀ ਆਤਮਾ ਦੀ ਅੱਖ ਖੁੱਲੀ। ਔਰ ਆਤਮਾ ਦੀ ਅੱਖ ਸਾਡੀ ਜਿਸਲੇ ਖੁੱਲਦੀ ਹੈ, ਫਿਰ ਉਹਦੇ ਬਾਅਦ ਸਾਨੂੰ ਵਿਵੇਕ ਬੁੱਧੀ ਆਉਂਦੀ ਹੈ, ਵਿਜ਼ਡਮ ਆਈ ਮਿਲਦੀ ਹੈ ਕਿ ਇਸ ਗਿਆਨ ਨੂੰ ਹੁਣ ਅਸੀਂ ਕਿਸ ਤਰ੍ਹਾਂ ਕਿਸ ਜਗ੍ਹਾ ਤੇ ਲਾਗੂ ਕਰਨਾ। ਤੇ ਇਹ ਬਹੁਤ ਜ਼ਰੂਰੀ ਹੈ। ਜੇ ਸਾਨੂੰ ਉਹ ਵਿਜ਼ਡਮ ਆਈ ਨਾ ਮਿਲੇ ਨਾ, ਤੇ ਜਿਹੜੀ ਥਰਡ ਆਈ ਦੇ ਸੋਲ ਆਈ ਦੇ ਐਕਸਪੀਰੀਅੰਸ ਹੁੰਦੇ ਨੇ, ਉਹਨਾਂ ਵਿੱਚ ਅਸੀਂ ਉਲਝਦੇ ਚਲੇ ਜਾਂਦੇ ਹਾਂ, ਕਿਉਂਕਿ ਅਸੀਂ ਮਨ ਨਾਲ ਸਮਝਣ ਦੀ ਕੋਸ਼ਿਸ਼ ਕਰਨੇ ਆ ਤੇ ਮਨ ਨਾਲ ਉਹਨਾਂ ਚੀਜ਼ਾਂ ਨੂੰ ਸਮਝਿਆ ਹੀ ਨਹੀਂ ਜਾ ਸਕਦਾ। ਤੇ ਇਹ ਚੀਜ਼ਾਂ ਸਮਝਣੀਆਂ ਬਹੁਤ ਜ਼ਰੂਰੀ ਨੇ। ਤੇ ਇਹਨੂੰ ਤੁਸੀਂ ਅੱਛੀ ਤਰ੍ਹਾਂ ਸਮਝੋ। ਕੋਈ ਤੁਹਾਡਾ ਫਿਰ ਵੀ ਪ੍ਰਸ਼ਨ ਰਹਿ ਜਾਏ ਤੇ ਤੁਸੀਂ ਜ਼ਰੂਰ ਕਮੈਂਟ ਬਾਕਸ ਵਿੱਚ ਲਿਖੋ, ਕਿਉਂਕਿ ਮੈਂ ਇੱਕ ਇੱਕ ਛੋਟਾ ਛੋਟਾ ਟੌਪਿਕ ਲੈ ਕੇ ਉਹਦੇ ਉੱਤੇ खूब अच्छी तरह विचार करके तुहाडे नाल साझा कर रही हाँ। क्योंकि बहुत सारे ऐसे फोन आते हैं कि मैडम असीं ध्यान कर रहे हैं, सानू यह हो रहा, ध्यान कर रहे हैं, हो रहा, क्योंकि असीं ध्यान दे विज्ञान नूं चंगी तरह समझिया ही नहीं। और बिना विज्ञान समझे असीं कह रहे हैं हुण यह हो रहा, हुण यह हो रहा। ते जे सानू पता होवे, सानू उस विज्ञान की समझ होवे, ते सानू ये छोटे छोटे प्रश्न पूछण की लोड़ ही नहीं। ते इस वास्ते ध्यान दे विज्ञान नूं समझो। ते अगले वीडियो विच फिर असीं ध्यान नाल संबंधित एक होर विषय लैके तुहाडे नाल साझा करांगे। तद तक तुसी ये वीडियो देखो, अपने रिश्तेदारां नाल, अपने मित्रां नाल साझा करो, ताकि जे सानू ध्यान विज्ञान दे नियम, अवस्था और लाभ की ने, किन्ने तरह दा ध्यान है, सब चीज़ां विज्ञान नाल जुड़ियां ने। जे समझ आउणगियां ते साडा अपने आप ध्यान करन दा मन करेगा। अगले वीडियो विच फिर ध्यान दे बारे च कोई नवा विषय लैके तुहाडे नाल साझा करांगे। तद तक वेखदे रहो और ध्यान करते रहो, दूजिਆਂ ਨੂੰ सिखाते रहो, दूजिਆਂ ਨਾਲ साझा करो। सो बहुत बहुत तुहाडा धन्नवाद। सत श्री अकाल। थैंक यू, थैंक यू, थैंक यू।